अस्सलाम वालेकुम दोस्तों, ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਇਜ਼ਾਫੇ ਵਾਸਤੇ ਇੱਕ ਚੀਜ਼ ਤੁਹਾਨੂੰ ਅੱਜ ਦਿਖਾ ਰਹੇ ਹਾਂ। ਇਹ ਇੱਕ ਫਰਗਿਊਲਸਟ ਕੰਪਨੀ ਹੈ, ਰਾਈਫਨ ਪਲੱਸ ਆਟੋ ਸਰਵਿਸ ਨਾਮ ਦੀ। ਇਹਦੀਆਂ ਪੂਰੀ ਜਰਮਨੀ ਦੇ ਵਿੱਚ ਮੁxtਲਿਫ ਬ੍ਰਾਂਚਾਂ ਨੇ, ਮੁxtਲਿਫ ਸ਼ਹਿਰਾਂ 'ਚ। ਕਰੋਨਾ ਦਾ ਟਾਈਮ ਜਦੋਂ ਸ਼ੁਰੂ ਹੋਇਆ ਨਾ, ਪੂਰੀ ਦੁਨੀਆ ਦੇ ਵਿੱਚ ਉਹ ਮੁਲਕ ਜਿੱਥੇ ਲੋਕੀ ਬਜ਼ਾਹਿਰ ਇੱਕ ਦੂਜੇ ਦੇ ਨਾਲ ਹਮਦਰਦੀ ਰੱਖਦੇ ਨੇ ਜਾਂ ਇੱਕ ਦੂਜੇ ਦੀ ਮਦਦ ਕਰਦੇ ਨੇ ਆਪਣੀ ਮਜ਼ਹਬੀ ਤਲੀਮ ਦੇ ਮੁਤਾਬਕ, ਲੇਕਿਨ ਹਕੀਕਤ ਦੇ ਵਿੱਚ ਜਦੋਂ ਕੋਈ ਤਕਲੀਫ ਪੈਂਦੀ ਦੁਨੀਆ 'ਤੇ ਜਾਂ ਕੋਈ ਵਬਾ ਫੈਲਦੀ ਹੈ ਤਾਂ ਇਸ ਮੌਕੇ ਤੋਂ ਫ਼ਾਇਦਾ ਉਠਾਉਣ ਲੱਗ ਪੈਂਦੇ ਨੇ, ਲੋਕਾਂ ਦੀਆਂ ਜੇਬਾਂ ਦੇ ਵਿੱਚ ਹੱਥ ਪਾਉਣਾ ਸ਼ੁਰੂ ਕਰ ਦਿੰਦੇ ਨੇ। ਇਹਦੀ ਮਿਸਾਲ ਰਮਜ਼ਾਨ ਦਾ ਮਹੀਨਾ ਤੁਹਾਡੇ ਸਾਹਮਣੇ ਵੇ। ਪੂਰਾ ਸਾਲ ਉਹਨਾਂ ਨੂੰ ਜੋ ਬਚਤ ਹੋ ਰਹੀ ਹੁੰਦੀ ਹੈ, ਜਦੋਂ ਉਹ ਆਪਣਾ ਜੋੜ ਰਹੇ ਹੁੰਦੇ ਤਾਂ ਰਮਜ਼ਾਨ ਦੇ ਮਹੀਨੇ 'ਚ ਆ ਕੇ ਉਹਨੂੰ ਡਬਲ ਕਰ ਦਿੰਦੇ ਨੇ। ਬਜਾਏ ਦੇ ਕਿ ਲੋਕਾਂ ਦੀ ਸਹੂਲਤ ਵੇਖਣ, ਉਹ ਇਹਦੇ ਤੋਂ ਨਜਾਇਜ਼ फ़ायदा ਉਠਾ ਕੇ ਆਪਣੀਆਂ ਜੇਬਾਂ ਡਬਲ ਭਰਦੇ ਨੇ। ਇਹ ਕੌਮ ਜਿਹੜੀ ਜਰਮਨ ਕੌਮ ਹੈ, ਇਹਦੇ ਵਿੱਚ ਇੱਕ ਖੂਬੀ ਜਿਹੜੀ ਹੈ, ਮੈਂ ਉਹਦੀ ਅੱਜ ਤੁਹਾਨੂੰ ਦੱਸਣਾ ਚਾਹ ਰਿਹਾ। ਇਹ ਆਇਲ ਵੈਕਸਲ ਜਿਹਨੂੰ ਤੁਸੀਂ ਕਹਿੰਦੇ ਤੇਲ ਪਾਣੀ ਚੇਂਜ ਕਰਨਾ ਗੱਡੀ ਦਾ, ਅਤੇ ਨੋਰਮਲੀ ਗੱਡੀ ਜਿਹੜੀ ਮੇਰੇ ਕੋਲ ਸੀਗੀ ਉਹਦਾ ਮੈਂ ਪਤਾ ਕੀਤਾ ਮੁxtਲਿਫ ਜਗ੍ਹਾ ਤੋਂ ਕਿ ਕੀ ਰੇਟ ਹੈ। ਉਹਨਾਂ ਕਿਹਾ ਜੀ ਤਕਰੀਬਨ 100 ਯੂਰੋ ਤੇਲ ਅਤੇ ਫਿਲਟਰ ਚੇਂਜ ਕਰਨ ਦਾ। ਇਹਨਾਂ ਨੂੰ ਮੈਂ ਜਦੋਂ ਚੈੱਕ ਕੀਤਾ ਕਿ ਇਹਨਾਂ ਲਾਏ ਜੀ ਸਪੈਸ਼ਲ ਆਫਰ 50% ਤੁਹਾਨੂੰ ਜਿਹੜਾ ਰਬਾਟ 50% ਤੁਹਾਨੂੰ ਕੰਸੈਸ਼ਨ ਦੇ ਰਹੇ ਨੇ। ਹੁਣ ਇਸ ਦੌਰ ਦੇ ਵਿੱਚ ਜਿੱਥੇ ਕਿ ਕਰੋਨਾ ਦੇ ਟਾਈਮ 'ਚ ਹਰ ਕੋਈ ਪੈਸੇ ਵਧਾ ਕੇ ਲੈਣਾ ਚਾਹੁੰਦਾ, ਇਹਨਾਂ ਨੇ ਨਾ ਸਿਰਫ ਇਸ ਕੰਪਨੀ ਨੇ, ਬਲਕਿ ਮੈਂ ਅੱਜ ਸਵੇਰੇ ਸੌਦਾ ਲੈਣ ਵਾਸਤੇ ਜਦੋਂ ਬਾਹਰ ਗਿਆ, ਖਾਣ ਪੀਣ ਦਾ ਸੌਦਾ, ਇੱਕ ਮਾਰਕੀਟ ਹੈ LD ਮਾਰਕੀਟ, ਜਰਮਨੀ ਦੇ ਵਿੱਚ ਬੜੀ ਮਕਬੂਲ ਹੈ। ਹਰ ਗੈਰ ਮੁਲਕੀ ਉਹਨੂੰ ਜਾਣਦਾ, ਕਿਉਂਕਿ ਉੱਥੋਂ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਬੜੀ ਮਾਕੂਲ ਪ੍ਰਾਈਸ 'ਚ ਖਾਣ ਪੀਣ ਵਾਲੀਆਂ ਮਿਲਦੀਆਂ। ਉਹ ਮੈਂ ਚਿੱਟ ਦੇਖੀ ਤਾਂ ਉਹਦੇ ਉੱਤੇ ਲਿਖਿਆ ਤੁਹਾਡਾ ਜੀ ਇਸ ਸਾਲ ਦੇ ਐਂਡ ਤੱਕ 30% ਤੁਹਾਨੂੰ ਕੰਸੈਸ਼ਨ ਦੇ ਰਹੇ ਨੇ ਔਰ ਰਬਾਟ ਦੇ ਰਹੇ ਨੇ, ਜਿਹੜਾ ਮੈਂ ਆਪਣੀ 25 ਸਾਲਾ ਦੌਰ ਦੇ ਵਿੱਚ ਅੱਜ ਤੱਕ ਨਹੀਂ ਸੀ ਦੇਖਿਆ ਜਰਮਨੀ ਦੇ ਵਿੱਚ ਕਿ ਇਸ ਸਟੋਰ ਦੇ ਉੱਤੇ, ਜਿੱਥੇ ਪਹਿਲੇ ਚੀਜ਼ਾਂ ਸਸਤੀਆਂ ਨੇ, ਪੂਰੇ ਬਿੱਲ ਦੇ ਉੱਤੇ ਤੁਹਾਨੂੰ 30% ਰਬਾਟ ਦੇਣ। ਔਰ ਇਹ ਕਿਉਂ? ਕਰੋਨਾ ਟਾਈਮ ਦੇ ਵਿੱਚ ਇਹਨਾਂ ਨੂੰ ਪਤਾ ਕਿ ਲੋਕੀ ਵਿਚਾਰੇ ਮੁਸ਼ਕਿਲ 'ਚ ਨੇ, ਉਹਨਾਂ ਦੀਆਂ ਜੇਬਾਂ ਹੌਲੀਆਂ ਹੋਈਆਂ ਨੇ, ਅਤੇ ਅਸੀਂ ਉਹਨਾਂ ਨੂੰ ਫ਼ਾਇਦਾ ਪਹੁੰਚਾਈਏ, ਉਹਨਾਂ ਨੂੰ ਨੁਕਸਾਨ ਨਾ ਪਹੁੰਚਾਈਏ। ਅਗਰ ਇਹ ਚੀਜ਼ਾਂ ਸਾਡੇ ਮਜ਼ਹਬ ਦੇ ਵਿੱਚ ਜਿਹੜੀਆਂ ਦੱਸੀਆਂ ਗਈਆਂ ਨੇ ਸਾਡੇ ਮੁਲਕਾਂ 'ਚ ਅਪਣਾ ਲਿੱਤੀਆਂ ਜਾਣ ਤਾਂ ਆਵਾਮ ਨੂੰ ਕਿੰਨਾ ਫ਼ਾਇਦਾ ਹੋਵੇ। ਇਹ ਤਮਹੀਨ ਵਧਣ ਦਾ ਬਾਅਦ ਹੁਣ ਤੁਹਾਨੂੰ ਇਹਦਾ ਅਗਰ ਇਹਨਾਂ ਇਜਾਜ਼ਤ ਦਿੱਤੀ ਤਾਂ ਤੇਲ ਚੇਂਜ ਕਰਨ ਦਾ ਵੀ ਜਿਹੜਾ ਪ੍ਰੋਸੈਸ ਹੈ ਉਹ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਕਰਦੇ ਨੇ, ਸਿਰਫ ਲੋਕਾਂ ਦੀ ਇਨਫੋਰਮੇਸ਼ਨ ਦੇ ਵਿੱਚ ਇਜ਼ਾਫੇ ਵਾਸਤੇ। ਅੱਜ ਦਾ ਮੌਸਮ ਬੜਾ ਖੂਬਸੂਰਤ, ਦੇਖੋ ਉੱਤੇ ਬੱਦਲ ਟੁਕੜੀਆਂ ਦੀ ਸ਼ਕਲ ਦੇ ਵਿੱਚ ਜਨਾਬ ਆਸਮਾਨ ਦੇ ਉੱਤੇ ਫੈਲੇ ਨੇ। ਸੂਰਜ ਜਿਹੜਾ ਉਹ ਇਸ ਟਾਈਮ ਛੁਪਿਆ ਉਹਨਾਂ ਦੇ ਪਿੱਛੇ, ਇਸ ਵਾਸਤੇ ਧੁੱਪ ਇੰਨੀ ਗਰਮੀ ਨਹੀਂ ਹੈ। ਅਤੇ ਬਾਕੀ ਤੁਹਾਨੂੰ ਇਨਸ਼ਾਅੱਲਾ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਜਰਮਨੀ ਦੇ ਵਿੱਚ ਇੱਕ ਬੜੇ ਮੁਨੱਜ਼ਮ ਤਰੀਕੇ ਨਾਲ ਗੱਡੀ ਦਾ ਤੇਲ ਚੇਂਜ ਹੁੰਦਾ ਔਰ ਫਿਲਟਰ ਚੇਂਜ ਹੁੰਦਾ, ਔਰ ਮੁਸ਼ਕਲ ਵਕਤ ਦੇ ਵਿੱਚ ਲੋਕਾਂ ਦੀ ਮਦਦ ਵੀ ਕਰਦੇ ਨੇ। 50% ਰਬਾਟ ਔਰ ਬਾਹਰ ਸਟੋਰ ਜਿਹੜੇ ਨੇ 30%, ਜਿਹੜਾ ਕਿ ਆਮ ਹਾਲਾਤ ਦੇ ਵਿੱਚ ਕੋਈ ਤਸੱਵਰ ਨਹੀਂ ਹੈਗਾ। ਇਹ ਜੀ ਬਾਦ ਵਿਲਬਲ ਛੋਟਾ ਜਿਹਾ ਇੱਕ ਸ਼ਹਿਰ ਹੈ ਜਿੱਥੇ ਅਸੀਂ ਇਸ ਟਾਈਮ ਖੜ੍ਹੇ ਹਾਂ। ਇਹਦੀ ਇੱਕ ਮੇਨ ਸੜਕ ਫਰੀਡਬਰਗਰ ਸਟਰਾਸੇ ਦੇ ਨਾਮ ਤੋਂ, ਉਹਦੇ ਉੱਤੇ ਇਹ ਤਕਰੀਬਨ ਨਵੀਆਂ ਚੀਜ਼ਾਂ ਇੱਧਰ ਬਣੀਆਂ ਨੇ, ਰੇਵੇ ਔਰ ਮੁxtਲਿਫ ਸਟੋਰ ਨੇ ਵੱਡੇ ਵੱਡੇ। ਅਤੇ ਇਹ ਫਰੈਂਕਫਰਟ ਤੋਂ ਤਕਰੀਬਨ 7 ਕਿਲੋਮੀਟਰ ਜਿਹੜੇ ਇਲਾਕੇ 'ਚ ਅਸੀਂ ਇਸ ਨੁੱਕਰ ਤੋਂ 7-8 ਕਿਲੋਮੀਟਰ, ਅਗਰ ਰੇਲਵੇ ਸਟੇਸ਼ਨ ਤੋਂ ਲਵੋ ਤਾਂ ਹੋ ਸਕਦਾ ਕਿ 15 ਕਿਲੋਮੀਟਰ ਬਣਦਾ ਹੋਵੇ। ਦੇਖੋ ਅੰਦਰ ਦਾ ਕਿੰਨਾ ਖੂਬਸੂਰਤ ਸਿਸਟਮ ਬਣਾਇਆ ਉਹਨੇ, ਸ਼ੀਸ਼ੇ ਲਗਾ ਕੇ ਆਪਣੀ ਪ੍ਰੋਟੈਕਸ਼ਨ ਵਾਸਤੇ, ਤਾਂ ਕਿ ਗਾਹਕਾਂ ਦਾ ਗੱਲਬਾਤ ਦੇ ਦੌਰਾਨ ਨਾ ਉਹਨਾਂ ਤੱਕ ਪਹੁੰਚੇ। ਔਰ ਬਾਕੀ ਤੁਹਾਨੂੰ ਉਹਨਾਂ ਦੀ ਵਰਕਸ਼ਾਪ ਵੀ ਦਿਖਾਵਾਂਗੇ। ਲੋ ਜੀ, ਆ ਦੇਖੋ ਤੁਸੀਂ, ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਸਾਡੀ ਸੀਟ ਹੈ ਉਹਨੂੰ ਪਲਾਸਟਿਕ ਕਵਰ ਦੇ ਨਾਲ, ਔਰ ਜਿਹੜੇ ਸਟੀਅਰਿੰਗ ਹੈ ਉਹਦੇ ਉੱਤੇ ਉਹਨਾਂ ਨੇ ਪੂਰਾ ਪਲਾਸਟਿਕ ਚੜਾਇਆ, ਕਿਉਂਕਿ ਉਹ ਕੰਮ ਕਰਨ ਵਾਲੇ ਦੇ ਹੱਥ ਜਿਹੜੇ ਨੇ ਹੋ ਸਕਦਾ ਉਹਨੂੰ ਤੇਲ ਲੱਗਾ ਹੋਵੇ। ਉਹਨਾਂ ਨੇ ਸਭ ਤੋਂ ਪਹਿਲਾਂ ਇਸ ਚੀਜ਼ ਦਾ ਖਿਆਲ ਰੱਖਿਆ ਕਿ ਇਸ ਗੱਡੀ ਨੂੰ ਕੰਮ ਦੇ ਦੌਰਾਨ ਕੋਈ ਫਲਿੱਕ ਹੈ, ਕਿਸੇ ਕਿਸਮ ਦਾ ਕੋਈ ਬੈਰੂਨੀ ਚੀਜ਼ ਨਾ ਲੱਗੇ ਕਿ ਜਿਹੜਾ ਅਸੀਂ ਕਹਿ ਸਕੀਏ ਆ ਦੇਖੋ ਜੀ ਗੱਡੀ ਗੰਦੀ ਹੋ ਗਈ। ਇਹ ਜੇ ਸਟਾਰਟ ਪਹਿਲਾਂ ਲੋ ਜੀ, ਉਹਨਾਂ ਨੇ ਕੱਢ ਕੇ ਅੰਦਰੋਂ ਸਾਰਾ ਫਿਲਟਰ ਕੱਢਤਾ ਵਿੱਚੋਂ। ਹੁਣ ਉਹ ਇਹ ਵੀ ਕਿ ਨਵਾਂ ਤੇਲ ਪਾਉਣਗੇ, ਫਿਰ ਥੱਲਿਓਂ ਸਾਰਾ ਖੋਲ੍ਹਿਆ ਜਾਏਗਾ। ਇਹ ਜ਼ਾਊਬਰ ਆਰਬਾਈਟ, ਇਹ ਸਾਰਾ ਥੱਲਿਓਂ ਹੁਣ ਖੋਲ੍ਹਿਆ ਜਾਏਗਾ। ਇਹਨੂੰ ਕਾਫੀ ਪੇਚ ਨੇ ਜਿਹੜੇ ਖੋਲ੍ਹਣਗੇ, ਸਾਰੀ ਮੋਟਰ ਥੱਲਿਓਂ ਜਿਹੜੀ ਕਵਰ ਹੈ ਇਸ ਟਾਈਮ ਦਾ। ਤੇਲ ਨਜ਼ਰ ਆ ਰਿਹਾ ਕਾਫੀ ਲੱਗਾ, ਇਹ ਚੀਜ਼ ਲਾ ਦੇਣਗੇ ਹੁਣ, ਕਿਉਂਕਿ ਲੱਥਾ ਪਿਆ ਨਾਰਮਲ ਹੈ ਮੋਟਰ ਦੇ ਥੱਲੇ ਨੂੰ ਕਵਰ ਕਰਨ ਵਾਸਤੇ ਲੱਗਾ ਹੁੰਦਾ ਹੈ ਹਿੱਸਾ ਨਾ। ਦੇਖੋ
ਉਹਨੇ ਆਪਣਾ ਖੋਲ੍ਹਿਆ ਜੇ ਪੇਚ ਇੰਜਨ ਦੇ ਥੱਲੇ ਜਿਹੜਾ ਉਹ ਹੁੰਦਾ ਜਿਹਦੇ ਆਇਲ ਹੁੰਦਾ ਤੇ ਇਹ ਫੁੱਲ ਇਸ ਟਾਈਮ ਤੇਲ ਜਿਹੜਾ ਨਿਕਲ ਰਿਹਾ ਔਰ ਥੱਲੇ ਇਹਨਾਂ ਨੇ ਸਾਰਾ ਸਿਸਟਮ ਇੰਦਾ ਰੱਖਿਆ ਜਿਹੜਾ ਮੂਵੇਬਲ ਹੈ ਭਰਿਆ ਜਾਏਗਾ ਔਰ ਉਹਦੇ ਬਾਅਦ ਇਹ ਤੇਲ ਜਿਹੜਾ ਕੰਪਨੀਆਂ ਹੁੰਦੀਆਂ ਨੇ ਉਹ ਪੁਰਾਣਾ ਤੇਲ ਆ ਕੇ ਲੈ ਜਾਂਦੀਆਂ ਨੇ ਸਾਰਾ ਕਾਫੀ ਟਾਈਮ ਜਿਹੜਾ ਇਹ ਨਿਕਲਣ ਤੇ ਲੱਗੇਗਾ। ਲੋ ਜੀ ਬਿਲਕੁਲ ਜਿਹੜਾ ਆਇਲ ਬੇਹਾਲਟਰ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਵਾਨੇ ਜਰਮਨ 'ਚ ਅਸੀਂ ਕਹਿੰਦੇ ਹਾਂ, ਉਰਦੂ ਪੰਜਾਬੀ 'ਚ ਪਤਾ ਨਹੀਂ ਕੀ ਇਹਦਾ ਕਹਿ ਸਕਦੇ, ਤਕਰੀਬਨ ਖਾਲੀ ਹੋ ਗਿਆ। ਤੇਲ ਨਜ਼ਰ ਆ ਰਿਹਾ ਕਾਫੀ ਜਿਹੜਾ ਇਹਨੂੰ ਥੱਲੇ ਪਰ ਹੁਣ ਇਹ ਵੇਖ ਕੇ ਇਹਦੇ ਵਿੱਚ ਬੰਦ ਕਰੇਗਾ, ਨਵਾਂ ਤੇਲ ਪਾਏਗਾ, ਫਿਰ ਉੱਤੇ ਫਿਲਟਰ ਲਾਏਗਾ, ਫਿਰ ਬੰਦ ਕਰਕੇ ਸਾਰਾ ਕੰਮ ਕੰਪਲੀਟ। ਇਹ ਚੀਜ਼ ਦੇਖੋ ਇਹ ਹੋਰ ਵੀ ਕਈਆਂ ਗੱਡੀਆਂ ਨੇ ਪਹਿਲੇ ਉਹਨੂੰ ਕੱਢ ਕੇ ਫਿਲਟਰ ਰੱਖੇ ਨੇ, ਇਹਦੇ ਵਿੱਚੋਂ ਫਿਲਟਰ ਹੋ ਗਿਆ ਸਾਰਾ ਡਰਮ 'ਚ ਚਲਾ ਜਾਂਦਾ। ਲਓ ਜੀ ਉਹਨਾਂ ਨੇ ਬਿਲਕੁਲ ਨਵਾਂ ਪੇਚ ਲਾਇਆ ਕਿਉਂਕਿ ਪੁਰਾਣਾ ਉਹਨਾਂ ਸੁੱਟ ਦਿੱਤਾ ਹੈ। ਉਹਨੂੰ ਮੈਂ ਪੁੱਛਿਆ, ਉਹਨੇ ਕਿਹਾ ਜੀ ਇਹ ਸਾਡਾ ਅਸੂਲ ਹੈ ਕਿ ਅਸੀਂ ਜਦੋਂ ਵੀ ਤੇਲ ਚੇਂਜ ਕਰਨੇ ਤਾਂ ਨਾਲ ਇਹਦਾ ਤੇਲ ਸ਼ਰੋਪੇ ਅਸੀਂ ਜਰਮਨ 'ਚ ਕਹਿੰਦੇ ਪੰਜਾਬੀ ਪੇਚ ਕਹਿ ਲਓ, ਟਿਬਰੀ ਕਹਿ ਲਓ, ਇਹ ਉਹਨੇ ਨਵੀਂ ਲਾਈ ਹੈ। ਉਹਦੀ ਵਜ੍ਹਾ ਮੈਂ ਪੁੱਛੀ, ਕਹਿੰਦਾ ਜੀ ਸਾਡੇ ਵਾਸਤੇ ਇਹ ਜ਼ਰੂਰੀ ਹੈ ਕਿਉਂਕਿ ਗਰਮ ਹੋ ਕੇ ਤੇ ਉਹਦਾ ਹੁਜਮ ਚੇਂਜ ਹੋ ਜਾਂਦਾ ਤੇ ਬਸ ਇਸ ਵਾਸਤੇ ਅਸੀਂ ਬਿਲਕੁਲ ਨਵਾਂ ਲਾਉਂਦੇ ਹਾਂ। ਨਿਕਲ ਗਿਆ ਸਾਰਾ, ਹੈ ਹੁਣ ਇਸ ਜਗ੍ਹਾ ਦੇ ਉੱਤੇ ਫਿਲਟਰ ਲੱਗੇਗਾ ਨਵਾਂ ਔਰ ਉਹਦੇ ਬਾਅਦ ਫਿਰ ਤੇਲ ਪਾਇਆ ਜਾਏਗਾ ਸਾਰਾ। ਲੋ ਜੀ ਇਹ ਫਿਲਟਰ ਜਿਹੜਾ ਹੁਣ ਅੱਗੇ ਲੱਗੇਗਾ, ਇਹਦੇ ਵਿੱਚ ਜਿਹੜੀ ਖਾਸ ਚੀਜ਼ ਹੈ ਇਹ ਉੱਤੇ ਛੋਟੇ ਛੋਟੇ ਤੁਹਾਨੂੰ ਰਿੰਗ ਰਬੜ ਦੇ ਨਜ਼ਰ ਆ ਰਹੇ ਨੇ। ਇਹ ਦੋ ਨਾ ਕੱਢ ਕੇ ਨਵੇਂ ਲਾਏ ਨੇ ਕਿਉਂਕਿ ਆਮ ਤੌਰ 'ਤੇ ਸਾਡੇ ਲੋਕਾਂ ਨੂੰ ਇੰਨਾ ਜ਼ਿਆਦਾ ਇhtiyਾਤ ਨਹੀਂ ਕਰਦੇ। ਇਹ ਬਹੁਤ ਜ਼ਰੂਰੀ ਹੈ, ਜਿਹਨੂੰ ਤੁਸੀਂ ਇਹਨੂੰ ਚੇਂਜ ਕਰੋ ਇਹ ਤੁਹਾਨੂੰ ਨਜ਼ਰ ਆ ਰਹੇ ਨੇ। ਇੱਕ ਇਹ ਰਿੰਗ ਜੇ ਇੱਕ ਇਹਦੇ ਥੱਲੇ, ਕਿਉਂਕਿ ਇਹ ਨਵੇਂ ਹੋਣਗੇ ਤੇ ਇਹਦੀ ਜਿਹੜੀ ਸਹੀ ਤਰ੍ਹਾਂ ਉਹ ਰੋਕੇਗਾ ਤੇਲ ਨੂੰ। ਬਾਕੀ ਇਹ ਫਿਲਟਰ ਨਵਾਂ ਲੱਗ ਗਿਆ, ਹੁਣ ਉਹਦੇ ਵਿੱਚ ਫਿੱਟ ਕੀਤਾ ਜਾਏਗਾ। ਲਓ ਜੀ ਇਹ ਉਹਨੇ ਕੰਪਲੀਟ ਫਿਲਟਰ ਫਿੱਟ ਕਰਕੇ ਉੱਤੇ ਸਾਰੇ ਪੇਜ ਜਿਹੜੇ ਲਾਤੇ ਨੇ। ਇਹ ਇੱਕ ਫੋਕਸਵੈਗਨ 2011 ਟੋਰਾਨ 7 ਸੀਟਰ ਉਹਦਾ ਇੰਜਨ ਜਿਹੜਾ ਤੁਸੀਂ ਦੇਖ ਰਹੇ ਹੋ। ਬਾਈ ਸਟੈਪ ਸਾਰਾ ਕੰਪਲੀਟ ਕੰਮ ਕਰਕੇ ਹੁਣ ਉਹ ਇਸ ਜਗ੍ਹਾ ਤੇਲ ਜਿਹੜਾ 4.25 ਲੀਟਰ ਜਿਹੜਾ ਤੇਲ ਪਾਏਗਾ। ਇਹ ਜਿੱਥੇ ਉਹਦੀ ਮੈਸ਼ ਕਰਨ ਵਾਲਾ ਉਹਨੇ ਖਿੱਚ ਕੇ ਬਾਹਰ ਕੱਢਤਾ ਤਾਂ ਕਿ ਜਿਹੜਾ ਹਵਾ ਸ਼ਵਾ ਦਾ ਪ੍ਰੈਸ਼ਰ ਹੈ ਉਹ ਹਰ ਜਗ੍ਹਾ ਤੋਂ ਰਵੇ ਔਰ ਪੂਰਾ ਤੇਲ ਜਿਹੜਾ ਆਪਣੀ ਆਪਣੀ ਜਗ੍ਹਾ ਤੇ ਪਹੁੰਚ ਜੇ। ਫਿਰ ਉਹਨੂੰ ਦੁਬਾਰਾ ਇੱਥੇ ਚੈੱਕ ਕਰੇਗਾ ਕਿੰਨੀ ਉਹਦੀ ਪਰਮਾਇਸ਼ ਹੋ ਗਈ। ਉੱਤੇ ਦੇਖੋ ਨਾਲ ਹੀ ਉਹ ਟਾਰਚ ਜਿਹੜੀ ਫਿਕਸ ਕੀਤੀ ਹੈ ਉੱਤੇ ਨਾ ਉਹਦੇ ਨਾਲ ਮੈਗਨੇਟਿਸ ਦੇ ਨਾਲ, ਤਾਂ ਕਿ ਲਾਈਟ ਜਿਹੜੀ ਪੂਰੀ ਤਰ੍ਹਾਂ ਅਵੇਲੇਬਲ ਹੋਵੇ ਜਿੱਥੇ ਜਿੱਥੇ ਉਹਨੇ ਕੰਮ ਕਰਨਾ। ਦੇਖੋ ਤੇਲ ਪੈ ਰਿਹਾ ਇੰਜਨ 'ਚ 4.3 ਲੀਟਰ ਜਿਹੜਾ ਤੇਲ ਪਏਗਾ। ਇਹ ਤਰੀਕਾ ਸਾਰਾ ਤੇਲ ਪਾਉਣ ਦਾ ਨਾ ਵਿੱਚ। ਲਓ ਜੀ ਤੇਲ ਪਾ ਗਿਆ ਗੱਡੀ 'ਚ ਤੇ ਹੁਣ ਉਹਨੂੰ ਸਟਾਰਟ ਕਰੇਗਾ ਤਾਂ ਕਿ ਜਿਹੜਾ ਇੰਜਨ ਦੇ ਵਿੱਚ ਸਾਰੇ ਦੇ ਵਿੱਚ ਤੇਲ ਜਿਹੜਾ ਹਰ ਜਗ੍ਹਾ ਤੇ ਪਹੁੰਚ ਜੇ। ਉਹਦੇ ਬਾਅਦ ਫਿਰ ਦੁਬਾਰਾ ਉਹਦਾ ਇਸ ਤੇ ਜ਼ਰੀਏ ਇੰਜਨ ਸਟਾਰਟ ਕਰਨ ਦੇ ਬਾਅਦ ਉਹਨੇ ਦੇਖਿਆ, ਉਹਨੇ ਕਿਹਾ ਜੀ ਹੁਣ ਥੋੜ੍ਹਾ ਜਿਹਾ ਹੋਰ ਪਏਗਾ। ਨਾਰਮਲੀ ਇਹ ਕਿ ਅਗਰ ਤੁਸੀਂ ਇੰਜਨ ਸਟਾਰਟ ਕਰਕੇ ਚੈੱਕ ਨਹੀਂ ਕਰਦੇ ਤਾਂ ਉਹ ਜਿਹੜਾ ਫਿਲਟਰ ਦੇ ਵਿੱਚ ਤੇਲ ਚੜ੍ਹਨਾ ਹੁੰਦਾ ਜਾਂ ਮੁਖਤਲਿਫ ਉਹਦੇ ਹਿੱਸਿਆਂ 'ਚ, ਤਾਂ ਫਿਰ ਉਹ ਪਤਾ ਇੰਝ ਹੀ ਲੱਗਦਾ ਜਿਵੇਂ ਫੁੱਲ ਪੈ ਗਿਆ, ਲੇਕਿਨ ਚਲਾਉਣ ਦੇ ਬਾਅਦ ਥੱਲੇ ਹੋ ਜਾ। ਇਹ ਹੁਣ ਹੋਰ ਲੈਣ ਗਿਆ ਤੇਲ ਪਾਏਗਾ ਤੇ ਫਿਰ ਇਹਦੀ ਬਿਲਕੁਲ ਐਗਜ਼ੈਕਟਲੀ ਮਿਕਦਾਰ ਹੋ ਜਾਏਗੀ। ਬੁੱਕ ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਉਹਨਾਂ ਕਰਨੀ ਹੈ, ਇਹਦੇ ਉੱਤੇ ਨਾ ਆਉਂਦਾ ਹੁੰਦਾ ਸਰਵਿਸ ਦਾ ਸਾਈਨ, ਉਹਨਾਂ ਨੂੰ ਰੀਸੈਟ ਕਰੇਗਾ ਕਿ ਵੀ ਅੱਜ ਸਰਵਿਸ ਹੋ ਗਈ ਤਾਂ ਕਿ ਦੁਬਾਰਾ ਜਿਹੜਾ ਨਾ ਉਹ ਨਾ ਸ਼ੋਅ ਕਰੇ ਇਹਦੇ ਵਿੱਚ। ਉਹਨੇ ਲਗਾਤਾ ਬਲੂਟੁੱਥ ਦੇ ਜ਼ਰੀਏ ਇਹ ਸਾਰਾ ਸਿਗਨਲ ਉੱਥੇ ਭੇਜ ਰਿਹਾ। ਇਹ ਹੁਣ ਜਿਹੜੀ ਉਹ ਸਰਵਿਸ ਦਾ ਸਾਈਨ ਨਾਰਮਲ ਉਹਨੂੰ ਇਹ ਸੈੱਟ ਕਰ ਦੇਗਾ ਤਾਂ ਕਿ ਜਦੋਂ ਪਤਾ ਲੱਗ ਜਾਏ ਉਹਨੂੰ ਕੰਪਿਊਟਰ ਨੂੰ ਕਿ ਵੀ ਤੇਲ ਚੇਂਜ ਹੋ ਗਿਆ ਔਰ ਸਰਵਿਸ ਦਾ ਸਾਈਨ ਜਿਹੜਾ ਉਹਨੇ ਨਹੀਂ ਆਪਣਾ ਸਰਵਿਸ। ਲਓ ਜੀ ਦੁਬਾਰਾ ਲਾ ਲੂ ਦਿੱਤਾ ਉਹਨਾਂ ਨੇ ਆਪਣਾ ਸਭ ਕੁਝ ਤੇ ਕੰਪਲੀਟ ਕਰਕੇ ਬਾਹਰ ਖਿਲਾਰਤੀ ਹੈ। ਇਹ ਮੈਨੂੰ ਉਮੀਦ ਹੈ ਕਿ ਤੁਹਾਡੀ ਇਨਫੋਰਮੇਸ਼ਨ ਵਾਸਤੇ ਕਾਫੀ ਹੋਏਗੀ। ਇਹ ਜੇ ਇੱਕ ਨਾਰਮਲ ਪ੍ਰੋਸੈਸ ਇੱਥੇ ਆਇਲ ਚੇਂਜ ਕਰਵਾਉਣ ਦਾ ਤਕਰੀਬਨ ਪੌਣਾ ਘੰਟਾ ਲੱਗਾ ਤੇ ਮੁਕੰਮਲ ਹੋ ਗਿਆ। ਬਾਕੀ ਇਨਸ਼ਾਅੱਲਾ ਫਿਰ ਨੈਕਸਟ ਟਾਈਮ ਤੁਹਾਡੇ ਕੋਲ ਨਵੀਂ ਮਾਲੂਮਾਤ ਦੇ ਨਾਲ ਆਵਾਂਗੇ।